ਸਤਿ ਸ਼੍ਰੀ ਅਕਾਲ ਜੀ। ਇੰਡੋਸ ਟੀਵੀ ਉੱਪਰ ਮੈਂ ਗੁਰਕਪਾਲ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਬਠਿੰਡਾ ਦੇ ਵਿੱਚ ਗੁਰੂ ਨਾਨਕ ਮੋਦੀਖਾਨਾ ਦੇ ਨਾਮ ਦੇ ਉੱਪਰ ਇੱਕ ਕਰਿਆਨਾ ਸਟੋਰ ਜਿਹੜਾ ਖੋਲ੍ਹਿਆ ਗਿਆ, ਜਿਹਦੇ ਵਿੱਚ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਜ਼ਰੂਰਤ ਪਾਉਣ ਵਾਲਾ ਸਮਾਨ ਆ ਜਿਹੜਾ ਉਹ ਦਿੱਤਾ ਜਾ ਰਿਹਾ। ਜਿਸ ਤਰੀਕੇ ਨਾਲ ਲੁਧਿਆਣਾ ਦੇ ਵਿੱਚ ਦਵਾਈਆਂ ਦਾ ਮੋਦੀਖਾਨਾ ਖੋਲ੍ਹਿਆ ਗਿਆ ਸੀ, ਉਸੇ ਤਰਜ਼ ਦੇ ਉੱਪਰ ਹੀ ਕਰਿਆਨਾ ਸਟੋਰ ਜਿਹੜਾ ਇਹ ਖੋਲ੍ਹਿਆ ਗਿਆ ਤੇ ਇਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਬਹੁਤ ਘੱਟ ਰੇਟ ਦੇ ਉੱਪਰ ਜਿਹੜਾ ਕਰਿਆਨਾ ਦਾ ਸਮਾਨ ਹੈ, ਜਿਹੜਾ ਰੋਜ਼ਮर्रा ਦੀ ਜ਼ਿੰਦਗੀ ਦਾ ਜੋ ਜ਼ਰੂਰਤਾਂ ਦਾ ਸਮਾਨ ਹੈ, ਉਹ ਬਹੁਤ ਘੱਟ ਰੇਟ ਤੇ ਇਹਨਾਂ ਵੱਲੋਂ ਪ੍ਰੋਵਾਈਡ ਕਰਵਾਇਆ ਜਾ ਰਿਹਾ। ਆਓ ਇਹਨਾਂ ਦੇ ਜੋ ਸੰਚਾਲਕ ਨੇ ਜਿਨ੍ਹਾਂ ਵੱਲੋਂ ਇਹ ਮੋਦੀਖਾਨਾ ਖੋਲ੍ਹਿਆ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ। ਇੰਡੋਸ ਟੀਵੀ ਦੇਖਣ ਵਾਲੇ ਸਾਰੇ ਮੇਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਸਵਾਲ ਤਾਂ ਤੁਹਾਨੂੰ ਇਹੀ ਕਰਨਾ ਚਾਹਾਂਗਾ ਵੀ ਇਹ ਕਨਸੈਪਟ ਤੁਹਾਡੇ ਦਿਮਾਗ ਦੇ ਵਿੱਚ ਕਿੱਦਾਂ ਆਇਆ? ਕਿਉਂਕਿ ਜਿਵੇਂ ਲੁਧਿਆਣਾ ਦੇ ਵਿੱਚ ਦਵਾਈਆਂ ਦੀ ਦੁਕਾਨ ਖੋਲ੍ਹੀ ਗਈ ਸੀ, ਉਹਨਾਂ ਨੇ ਬਹੁਤ ਘੱਟ ਰੇਟ ਦੇ ਉੱਪਰ ਦਵਾਈਆਂ ਦੇਣ ਦਾ ਜਿਹੜਾ ਸਭ ਤੋਂ ਪਹਿਲਾਂ ਕਾਰਜ ਸ਼ੁਰੂ ਕੀਤਾ, ਤੇ ਤੁਸੀਂ ਕਰਿਆਨਾ ਸਟੋਰ ਦਾ ਜਾਂ ਜਿਹੜਾ ਰੋਜ਼ ਘਰਾਂ ਦੇ ਵਿੱਚ ਜਿਹੜਾ ਸਮਾਨ ਵਰਤਿਆ ਜਾਂਦਾ ਉਸ ਦੀ ਲੋੜ ਕਿਵੇਂ ਮਹਿਸੂਸ ਕੀਤੀ ਵੀ ਇਹਦੀ ਵੀ ਜਿਹੜੀ ਇੱਕ ਦੁਕਾਨ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਜਿੱਥੇ ਘੱਟ ਰੇਟ ਤੇ ਸਮਾਨ ਮਿਲ ਸਕੇ? ਅਸੀਂ ਨਾ ਜੀ ਇੱਕ ਸੰਸਥਾ ਚਲਾਉਂਦੇ ਹਾਂ ਪਿਛਲੇ 10 ਸਾਲਾਂ ਤੋਂ, ਮਾਲਵਾ ਵਿਰਾਸਤ ਕਲਾ ਮੰਚ ਜੀ। ਪਿੱਛੇ ਜਦੋਂ ਲੋਕਡਾਊਨ ਹੋਇਆ ਉਦੋਂ ਪ੍ਰਸ਼ਾਸਨ ਵੱਲੋਂ ਸਾਡੀ ਡਿਊਟੀ ਲੱਗੀ ਵੀ ਜਿਹੜੇ ਗਰੀਬ ਏਰੀਆ, ਗਰੀਬ ਬਸਤੀਆਂ, ਜਿਹੜੇ ਰੋਜ਼ ਕਮਾ ਕੇ ਤੇ ਸ਼ਾਮ ਨੂੰ ਆਪਦਾ ਖਾਂਦੇ ਸੀ, ਉਹਨਾਂ ਦੇ ਰੁਜ਼ਗਾਰ ਬੰਦ ਹੋ ਗਏ ਤੇ ਉਹਨਾਂ ਦੇ ਘਰ ਤੱਕ ਅਸੀਂ ਖਾਣਾ ਬਣਾ ਕੇ ਪੈਕ ਕਰਕੇ ਉਹਨਾਂ ਦੇ ਘਰਾਂ ਤੱਕ ਪਹੁੰਚਾ ਰਹੇ ਸੀ ਜੀ। ਜਦੋਂ ਉਸ ਤੋਂ ਬਾਅਦ ਅਸੀਂ ਜਾਂਦੇ ਸੀ, ਚਲੋ ਜੀ ਅਸੀਂ ਇੱਕ ਟਾਈਮ ਦੇ ਆਂਦੇ, ਕਿਤੇ 2 ਟਾਈਮ ਦੇ ਆਂਦੇ, ਜਿਹੜਾ ਟਾਈਮ ਰਹਿ ਜਾਂਦਾ ਸੀ, ਬੱਚੇ ਸਾਰੀ ਦਿਹਾੜੀ ਇੱਕ ਵਾਰੀ ਲੰਗਰ ਦੇ ਦਿੱਤੇ ਤਾਂ ਨਹੀਂ ਸਰਦਾ ਸੀ। ਉਹ ਜਦੋਂ ਦੁਕਾਨਾਂ 'ਤੇ ਰਾਸ਼ਨ ਲੈਣ ਜਾਂਦੇ ਸੀ, ਕੋਈ ਰੇਟ ਤੋਂ ਵੱਧ ਮਿਲਦਾ ਸੀ ਜਾਂ ਮਿਲਦਾ ਨਹੀਂ ਸੀ, ਤਾਂ ਬਹੁਤ ਗਰੀਬ ਪਰਿਵਾਰਾਂ ਨੂੰ ਕਿੱਲਤ ਆ ਰਹੀ ਸੀ ਜੀ। ਇਸ ਕਰਕੇ ਸਾਡੇ ਮਨ ਦੇ ਵਿੱਚ ਤਾਂ ਚੱਲ ਰਿਹਾ ਸੀ, ਪਹਿਲਾਂ ਤਾਂ ਅਸੀਂ ਕੁਝ ਕਿੱਟਾਂ ਬਣਾ ਕੇ ਵੀ ਵੰਡੀਆਂ, ਪਰ ਇੰਨੀ ਜੇਬ ਅਲਾਉ ਨਹੀਂ ਕਰਦੀ ਵੀ ਅਸੀਂ ਜਿੰਨੇ ਵੀ ਗਰੀਬ ਪਰਿਵਾਰ ਹੈ ਉਹਨਾਂ ਨੂੰ ਫ੍ਰੀ ਰਾਸ਼ਨ ਦੇ ਸਕੀਏ ਜੀ। ਉਸ ਤੋਂ ਬਾਅਦ ਵਿਚਾਰ ਚੱਲ ਰਹੇ ਸੀ ਮਨ 'ਚ ਵੀ ਕੀ ਕੀਤਾ ਜਾਵੇ, ਤੇ ਜਿੰਦੂ ਜੀ ਨੇ ਜਦੋਂ ਮੈਡੀਕਲ ਦਾ ਮੋਦੀਖਾਨਾ ਖੋਲ੍ਹਿਆ, ਫਿਰ ਸਾਡੇ ਮਨ ਦੇ ਵਿੱਚ ਵਿਚਾਰ ਆਇਆ, ਹੌਸਲਾ ਆਇਆ ਵੀ ਯਾਰ ਜਦੋਂ ਉਹ ਕਰ ਸਕਦੇ ਤੇ ਆਪਾਂ, ਬਾਬੇ ਨਾਨਕ ਨੇ ਵੀ ਕਰਿਆਨੇ ਦਾ ਹੀ ਮੋਦੀਖਾਨਾ ਖੋਲ੍ਹਿਆ ਸੀ, ਤੇ ਇਸ ਕਰਕੇ ਸਾਡੇ ਮਨ 'ਚ ਆਇਆ ਵੀ ਕਿਉਂ ਨਾ ਆਪਾਂ ਵੀ ਕਰਿਆਨੇ ਦਾ ਮੋਦੀਖਾਨਾ ਬਠਿੰਡੇ ਦੇ ਵਿੱਚ ਖੋਲ੍ਹੀਏ ਤੇ ਤਾਂ ਕਿ ਗਰੀਬ ਪਰਿਵਾਰਾਂ ਦਾ ਭਲਾ ਹੋ ਸਕੇ। ਇਹ ਜਿਹੜਾ ਇਹ ਮੋਦੀਖਾਨਾ ਤੁਸੀਂ ਚਲਾ ਰਹੇ ਹੋ, ਇਹਦਾ ਜਿਹੜਾ ਕਨਸੈਪਟ ਹੈ ਤੁਸੀਂ ਜਿੰਦੂ ਜੀ ਤੋਂ ਲਿਆ, ਚਲੋ ਉਹਨਾਂ ਦੀ ਸੋਚ ਦੇ ਮੁਤਾਬਕ ਜੋ ਬਾਬੇ ਨਾਨਕ ਨੇ ਜਿਸ ਤਰੀਕੇ ਨਾਲ ਸੋਚ ਅਪਣਾਈ ਸੀ, 13 ਤੋਲਿਆ ਸੀ, ਉਸੇ ਤਰੀਕੇ ਨਾਲ ਤੁਸੀਂ ਕੰਮ ਕਰ ਰਹੇ ਹੋ। ਇਹਦੇ ਵਿੱਚ ਜਿਹੜੀ ਕੀ ਨਾ ਸਹਾਇਤਾ ਵੀ ਲੈ ਰਹੇ ਹੋ ਤੁਸੀਂ ਕਿ ਨਿੱਜੀ ਤੌਰ ਤੇ ਜਿਹੜਾ ਇਸ ਨੂੰ ਸੰਸਥਾ ਨੂੰ ਚਲਾ ਰਹੇ ਹੋ, ਜਾਂ ਇਹ ਤੁਹਾਡਾ ਜਿਹੜਾ ਕੰਬਾਈਨਡ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੱਕ ਸੰਸਥਾ ਦੇ ਨਾਲ ਤੁਸੀਂ ਪਹਿਲਾਂ ਜੁੜੇ ਹੋਏ ਹੋ, ਉਸੇ ਸੰਸਥਾ ਥਰੂ ਇਸ ਨੂੰ ਚਲਾ ਰਹੇ ਹੋ ਜਾਂ ਨਿੱਜੀ ਤੌਰ ਤੇ ਚਲਾ ਰਹੇ ਹੋ? ਦੇਖੋ ਜੀ, ਅਸੀਂ ਸੰਸਥਾ ਦੇ 3 ਅਹੁਦੇਦਾਰ ਹਾਂ, ਅਸੀਂ ਤਿੰਨਾਂ ਨੇ ਰਲ ਕੇ ਪੈਸੇ ਪਾ ਕੇ ਤੇ ਇਹ ਚਲਾਇਆ ਜੀ, ਠੀਕ ਹੈ। ਉਦੋਂ ਅੱਗੇ ਸਾਡੇ ਕੋਲ ਸੇਵਾਦਾਰ ਬਹੁਤ ਆ ਰਹੇ ਆ ਜੀ ਕਿ ਸਾਨੂੰ ਸਹਿਯੋਗ ਦੱਸੋ, ਅਸੀਂ ਤੁਹਾਡੀ ਕੀ ਹੈਲਪ ਕਰ ਸਕਦੇ ਹਾਂ, ਠੀਕ ਹੈ ਜੀ। ਫੋਨ ਬਾਹਰੋਂ ਵੀ ਆ ਰਹੇ ਆ, ਪਰ ਅਸੀਂ ਫਿਲਹਾਲ ਕਿਸੇ ਤੋਂ ਹੈਲਪ ਨਹੀਂ ਲਈ, ਠੀਕ ਹੈ। ਕਿਹੜਾ ਜੋ ਅਸੀਂ ਸਮਾਨ ਪਾਇਆ ਉਹਦੀ ਡੇਲੀ ਦੀ ਜਿਹੜੀ ਕਲੈਕਸ਼ਨ ਹੁੰਦੀ ਆ, ਉਹੀ ਸ਼ਾਮ ਨੂੰ ਸਮਾਨ ਹੋਰ ਲਿਆ ਕੇ ਪਾ ਲੈਂਦੇ ਆ। ਇਹਦੇ 'ਚ ਨੋ ਪ੍ਰੋਫਿਟ ਨੋ ਲੋਸ ਆ ਜੀ, ਜੋ ਅਸੀਂ ਲੈ ਕੇ ਆਉਂਦੇ ਬਸ ਉਸੇ ਹਿਸਾਬ ਨਾਲ ਹੀ ਅੱਗੇ ਦੇਈਏ। ਜਿਹੜਾ MRP ਆ, ਜਿਹੜਾ ਸਮਾਨ ਆ, ਜਿਵੇਂ MRP ਤੋਂ ਕਿੰਨਾ ਘੱਟ ਦੇ ਰਹੇ ਹੋ, ਕਿਸ ਤਰੀਕੇ ਨਾਲ ਉਹਦਾ ਥੋੜ੍ਹਾ ਜਿਹਾ ਦੱਸੋਗੇ ਵੀ ਰੇਟ ਦੇ ਵਿੱਚ ਕਿੰਨਾ ਕੁ ਫਰਕ ਹੈ? ਜੇ ਮਾਰਕੀਟ ਦੇ ਵਿੱਚ ਇੱਕ ਚੀਜ਼ ਅਸੀਂ ਲੈਣ ਜਾਂਦੇ ਹਾਂ, ਚਾਹੇ ਉਹ ਖੰਡ ਹੈ ਜਾਂ ਹੋਰ ਸਮਾਨ ਆ ਜ਼ਰੂਰਤ ਦਾ, ਉਸ ਦੇ ਹਿਸਾਬ ਨਾਲ ਕਿੰਨੀ ਤੁਸੀਂ ਰੇਟ ਦੇ ਵਿੱਚ ਕਮੀ ਸਮਝਦੇ ਹੋ? ਡਿਫਰੈਂਸ ਕਿੰਨਾ ਆ ਰਿਹਾ ਰੇਟ? ਦੇਖੋ ਜੀ, ਖੰਡ ਮਾਰਕੀਟ ਦੇ ਵਿੱਚ 40 ਰੁਪਏ ਚੱਲ ਰਹੀ ਹੈ, ਅਸੀਂ 37 ਰੁਪਏ ਦੇ ਰਹੇ ਹਾਂ ਜੀ, ਠੀਕ ਹੈ ਜੀ। ਇਸੇ ਤਰ੍ਹਾਂ ਜਿਵੇਂ ਮੰਨ ਲਓ ਇਹ ਚਾਵਲ ਹੈਗੇ, ਚਾਵਲ 135-40 ਰੁਪਏ ਪ੍ਰਿੰਟ ਹੈ ਜੀ, ਅਸੀਂ 70 ਰੁਪਏ ਦੇ ਰਹੇ ਹਾਂ। ਇਹ ਬਹੁਤ ਸਾਰੀਆਂ ਵੈਰਾਈਟੀਆਂ ਆਉਂਦੀਆਂ, ਸਸਤੇ ਵੀ ਆਉਂਦੇ ਚਾਵਲ, ਮਹਿੰਗੇ ਵੀ ਆਉਂਦੇ। ਜਿਵੇਂ ਕੰਪਨੀ ਦੇ ਜਿਹੜੇ ਬ੍ਰਾਂਡ ਆ ਜਿਨ੍ਹਾਂ 'ਤੇ ਮਾਰਕਾ ਲੱਗਿਆ ਹੋਇਆ, ਉਹ ਜੋ ਜਿਹੜੇ ਕੰਪਨੀ ਸਾਨੂੰ 10% ਲੈਸ ਦੇ ਉਹ 10 ਦੇਈ ਜਾਂਦੇ ਜੀ, ਕੋਈ 20 ਦੇ ਰਹੀ ਹੈ, 20 ਦੇ ਰਿਹਾ, ਕੋਈ 5 ਹੀ ਦੇ ਰਹੇ ਆ ਜੀ। ਜਿਵੇਂ ਨੈਸਲੇ ਵਾਲਿਆਂ ਦਾ 9 ਰੁਪਏ ਕੁਛ ਪੈਸੇ ਪਰ ਉਹ ਲੈ ਰਹੇ ਆ, 10 ਰੁਪਏ ਪ੍ਰਿੰਟ, ਅਸੀਂ 9 ਰੁਪਏ ਦੇਈ ਜਾਂਦੇ ਜੀ। 9 ਰੁਪਏ 35-36 ਪੈਸੇ ਲੈ ਕੇ 9 ਰੁਪਏ ਦੇ ਰਹੇ ਜੀ, ਠੀਕ ਹੈ ਜੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਹੋਰ ਕੀ ਪਲਾਨ ਆ ਕਿ ਇਹਦੇ ਵਿੱਚ ਹੋਰ ਕਿਸ ਤਰ੍ਹਾਂ ਦਾ ਵਾਧਾ ਤੁਸੀਂ ਕਰੋਗੇ, ਜਾਂ ਹੋਰ ਮਤਲਬ ਆਈਟਮਾਂ ਵੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ, ਵਧਾ ਰਹੇ ਹੋ, ਜਾਂ ਸ਼ਹਿਰ ਦੇ ਵਿੱਚੋਂ ਤੁਹਾਨੂੰ ਕਿੰਨਾ ਕੁ ਸਹਿਯੋਗ ਆ ਉਹ ਮਿਲ ਰਿਹਾ? ਦੇਖੋ, ਸਹਿਯੋਗ ਬਹੁਤ ਮਿਲ ਰਿਹਾ ਲੋਕਾਂ ਦਾ। ਜਿਹੜੀ ਵੈਰਾਈਟੀ ਦੀ ਗੱਲ ਕਰਦੇ ਹਾਂ, ਵੈਰਾਈਟੀ ਹੈ ਜੀ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਪੂਰੀ ਕਰ ਸਕੀਏ, ਪਰ ਇੰਨਾ ਜੀ ਜੋ ਵੈਰਾਈਟੀ ਅਸੀਂ ਲਿਆ ਰਹੇ ਹਾਂ, ਸੁਬਾਹ ਲਿਆਉਂਦੇ ਹਾਂ, ਸ਼ਾਮ ਤੱਕ ਸਾਰੀ ਲੱਗ ਜਾਂਦੀ ਹੈ। ਬਹੁਤ ਕੋਸ਼ਿਸ਼ ਕਰ ਰਹੇ ਹਾਂ, 3 ਬੰਦੇ ਸਾਡੇ ਸਮਾਨ ਪੂਰਾ ਕਰਨ ਵਾਸਤੇ ਹੀ ਲੱਗੇ ਹੋਏ ਆ। ਤੇ ਜਿਹੜਾ ਗਾਂ ਦਾ ਪਲਾਨ ਹੈ ਜੀ, ਗਾਂ ਦਾ ਪਲਾਨ ਇਹ ਹੈ ਜੀ, ਜਿਵੇਂ ਦੇਖ ਲਓ ਵੀ ਪਿੰਡਾਂ ਵਾਲੇ, ਨੇੜੇ ਵਾਲੇ ਤਾਂ ਇੱਥੇ ਆ ਰਹੇ ਆ, ਜਿਹੜੇ ਦੂਰ ਵਾਲੇ ਨਹੀਂ ਆ ਰਹੇ, ਠੀਕ ਹੈ, ਕਿ ਨਹੀਂ ਆ ਸਕਦੇ ਕਿਉਂਕਿ ਦੂਰ ਪੈਂਦਾ। ਇਸ ਕਰਕੇ ਸਾਡੇ ਅੱਗੇ ਇਹ ਵੀ ਮਨ ਦੇ ਵਿੱਚ ਪਲਾਨ ਹੈ ਵੀ ਹੋਰ ਜਿਹੜੇ ਸ਼ਹਿਰ ਨਾਲ ਲੱਗਦੇ ਜਾਂ ਮੰਡੀਆਂ, ਉਹਨਾਂ ਦੇ ਵਿੱਚ ਵੀ ਅੱਗੇ ਉੱਥੋਂ ਦੇ ਜਿਹੜੇ ਸਮਾਜ ਸੇਵੀ ਸੰਸਥਾ ਵਾਲੇ ਆ ਜਾਂ ਉਹਨਾਂ ਨੂੰ ਪ੍ਰੇਰਿਤ ਕਰਕੇ, ਜਾਂ ਸਾਡੇ ਜਿਹੜੇ ਬੰਦੇ ਉੱਥੇ ਬੈਠੇ ਆ
ਉਹਨਾਂ ਨੂੰ ਨਾਲ ਲਾ ਕੇ ਹੋਰ ਉੱਥੇ ਖੁੱਲ੍ਹੇ ਜਾਣ ਤਾਂ ਕਿ ਗਰੀਬ ਪਰਿਵਾਰਾਂ ਦਾ ਭਲਾ ਹੋ ਸਕੇ। ਤਾਂ ਕਿ ਜਿਵੇਂ ਜਿੰਦੂ ਜੀ ਨੂੰ ਉੱਥੇ ਬਾੜੀਆਂ ਸਮੱਸਿਆਵਾਂ ਆਈਆਂ ਸੀ, ਉੱਥੇ ਹੋਲਸੇਲਰਾਂ ਵੱਲੋਂ ਕਹਿ ਦਿੱਤਾ ਗਿਆ ਕਿ ਜਿਹੜੇ ਇਹਨਾਂ ਨੂੰ ਸਮਾਨ ਆ ਜਾਂ ਦਵਾਈਆਂ ਪ੍ਰੋਵਾਈਡ ਨਾ ਕਰਵਾਈਆਂ ਜਾਣ। ਤੁਹਾਨੂੰ ਕਿਤੇ ਸ਼ਹਿਰ ਦੇ ਵਿੱਚੋਂ ਜਾਂ ਇਸ ਤਰ੍ਹਾਂ ਦਾ ਕਿਤੇ ਲੱਗਿਆ ਕਿ ਜਾਂ ਕੋਈ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਗੱਲਬਾਤ ਤੁਹਾਡੇ ਨਾਲ ਵਾਪਰੀ ਹੋਵੇ ਜਿੱਥੇ ਤੁਹਾਨੂੰ ਇਹ ਲੱਗਿਆ ਹੋਵੇ ਕਿ ਜਿਹੜੇ ਹੋਰ ਦੁਕਾਨਦਾਰ ਨੇ, ਜਿਹੜੇ ਹੋਰ ਇਸ ਫੀਲਡ ਦੇ ਵਿੱਚ ਜਾਂ ਇਸੇ ਕੰਮ ਦੇ ਵਿੱਚ ਕੰਮ ਕਰ ਰਹੇ ਨੇ, ਜਿਨ੍ਹਾਂ ਨੂੰ ਤੁਹਾਡੇ ਮੁੱਦੀਖਾਨਾ ਖੋਲ੍ਹਣ ਕਰਕੇ ਜਾਂ ਇਹ ਕੰਮ ਸ਼ੁਰੂ ਕਰਨ ਕਰਕੇ ਨੁਕਸਾਨ ਹੋ ਰਿਹਾ ਹੋਵੇ, ਕੋਈ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ? ਦੇਖੋ ਜੀ, ਫਿਲਹਾਲ ਤਾਂ ਅੱਜ ਤੀਜਾ ਚੌਥਾ ਦਿਨ ਹੈ, ਕੋਈ ਐਸੀ ਸਮੱਸਿਆ ਸਾਡੇ ਸਾਹਮਣੇ ਨਹੀਂ ਆਈ ਤੇ ਸਹਿਯੋਗ ਹੀ ਕੀਤਾ। ਜਿੰਨੇ ਵੀ ਲੋਕ ਸਾਡੇ ਕੋਲ ਇੱਥੇ, ਕੋਈ ਦੁਕਾਨਦਾਰ ਵੀ ਆਏ ਹੈ ਜਾਂ ਹੋਰ ਕੰਮ ਕਰਨ ਵਾਲੇ ਵੀ ਆਏ ਹੈ, ਪਰ ਸਾਨੂੰ ਆ ਕੇ ਸਭ ਨੇ ਸਹਿਯੋਗ ਹੀ ਕੀਤਾ, ਸਾਡਾ ਹੌਸਲਾ ਹੀ ਵਧਾਇਆ ਵੀ ਤੁਸੀਂ ਜਿਹੜਾ ਕੰਮ ਕੀਤਾ ਬਹੁਤ ਵਧੀਆ ਕਰ ਰਹੇ ਹੋ, ਅਸੀਂ ਤੁਹਾਡੇ ਨਾਲ ਹਾਂ, ਸਾਡੀ ਕਿਤੇ ਵੀ ਜ਼ਰੂਰਤ ਹੋਵੇ ਸਾਨੂੰ ਦੱਸਿਓ। ਪਰ ਹਜੇ ਤੱਕ ਐਸੀ ਕੋਈ ਪ੍ਰੋਬਲਮ ਆਈ ਨਹੀਂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਇੱਥੇ ਕੁਝ ਹੋਰ ਲੋਕ ਵੀ ਮੌਜੂਦ ਨੇ, ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਸਰਦਾਰ ਸਾਹਿਬ, ਤੁਸੀਂ ਇੱਥੋਂ ਸਮਾਨ ਖਰੀਦ ਰਹੇ ਹੋ, ਤੁਹਾਨੂੰ ਕਿੰਨਾ ਕੁ ਫਰਕ ਲੱਗ ਰਿਹਾ ਰੇਟ ਦੇ ਵਿੱਚ? ਕਿੰਨਾ ਕੁ ਡਿਫਰੈਂਸ? ਮੇਰਾ ਪਿੰਡ ਮਹਿਮਾ ਸਰਦਾ ਜੀ। ਜੀ, ਮੈਂ ਬਾਈ ਜਗਤਾਰ ਸਿੰਘ ਨਾਲ ਹੁਣੇ ਗੱਲ ਕੀਤੀ ਜੀ, ਇਹਨਾਂ ਨੇ ਹੁਣੇ ਗੱਲ ਕੀਤੀ ਜੀ। ਮੈਂ ਜੀ ਕਿੱਥੇ ਜੀ? ਇਹਨਾਂ ਨੇ ਦੱਸਿਆ ਜੀ ਮੈਨੂੰ ਇੱਦਾਂ ਕਰਕੇ ਵੀ 8 ਨੰਬਰ ਤੇ ਆ ਜਾਓ। ਮੈਂ ਬੇਟੇ ਨੂੰ ਨਾਲ ਲਿਆ, ਮੈਂ ਕਿਹਾ ਆਪਾਂ ਚਲੋ ਦੇਖ ਕੇ ਆਉਣੇ ਆ। ਜੀ ਬਿਲਕੁਲ। ਮੈਂ ਕੱਲ ਫੇਸਬੁੱਕ ਤੇ ਦੇਖਿਆ ਸੀ ਇਹਨਾਂ ਦਾ ਪ੍ਰੋਗਰਾਮ, ਜਿਹੜੇ ਨੇ ਪਾਇਆ। ਮੈਂ ਕਿਹਾ ਚਲੋ ਆਪਾਂ ਅੱਜ ਆਪਦਾ ਮੂਡ ਬਣਾਇਆ, ਮੈਂ ਬੇਟੇ ਨੂੰ ਨਾਲ ਲਿਆ ਤੇ ਮੈਂ ਚੱਲਿਆ। ਸਰ ਤਾਂ ਬਹੁਤ ਖੁਸ਼ ਹੋਈ ਜਿਹੜਾ ਇਹ ਆਪਣਾ ਪ੍ਰੋਗਰਾਮ ਇਹਨਾਂ ਨੇ ਕੀਤਾ। ਸਾਡੇ ਨਾਲ ਹੋਰ ਵੀ ਇੱਥੇ ਜਿਹੜੇ ਐਜ਼ ਏ ਗਾਹਕ ਜਾਂ ਸਮਾਨ ਖਰੀਦਣ ਵਾਸਤੇ ਜਿਹੜੇ ਪਹੁੰਚੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਤੁਹਾਨੂੰ ਕੀ ਲੱਗ ਰਿਹਾ ਬਾਈ ਜੀ? ਪਹਿਲਾਂ ਤੁਹਾਡਾ ਨਾਮ ਦੱਸੋ। ਨਾਮ ਕੀ? ਅਮਨਦੀਪ ਸਿੰਘ ਬਰਾੜ ਮੇਰਾ ਨਾਮ ਹੈ ਜੀ। ਮੈਂ ਇੱਥੇ ਨੇੜੇ ਹੀ ਆਪਣਾ ਮਹੱਲਾ ਭਾਈ ਮਤੀ ਦਾਸ ਨਗਰ, ਉੱਥੋਂ ਦੇ ਵਸਨੀਕ ਹੈ ਜੀ। ਕਿੱਦਾਂ ਦਾ ਲੱਗ ਰਿਹਾ ਤੁਹਾਨੂੰ? ਰੇਟ ਡਿਫਰੈਂਸ ਕੀ ਲੱਗਿਆ? ਰੇਟ ਡਿਫਰੈਂਸ ਹੈਗਾ ਬਾਈ ਜੀ ਬਿਲਕੁਲ। ਵੈਸੇ ਮੈਂ ਫਸਟ ਟਾਈਮ ਆਇਆ, ਜਿੱਦਾਂ ਅਸੀਂ ਆਪਾਂ ਦੇਖ ਰਹੇ ਸੀਗੇ ਮਸਰੀ ਪਈ ਆ ਬਾਹਰ, ਇਹ ਮਤਲਬ ਦਾ 60 ਰੁਪਏ ਦੀ ਅੱਧਾ ਕਿਲੋ ਦਿੰਦੇ, ਇੱਥੇ 45 ਰੁਪਏ ਦੇ ਹਿਸਾਬ ਨਾਲ ਪੈ ਰਹੀ ਹੈ ਮਤਲਬ ਜੀ। ਤੇ ਉਸ ਹਿਸਾਬ ਨਾਲ ਬਹੁਤ ਡਿਫਰੈਂਸ ਹੈ ਜੀ। ਤੇ ਤੁਹਾਨੂੰ ਕੀ ਲੱਗਦਾ ਕਿ ਇਦਾਂ ਦੇ ਉਪਰਾਲੇ ਜਿਹੜੇ ਹੋਰ ਸ਼ਹਿਰਾਂ ਦੇ ਵਿੱਚ ਹੋਣੇ ਚਾਹੀਦੇ ਆ? ਜਿਸ ਤਰੀਕੇ ਨਾਲ ਇਹ ਲੁਧਿਆਣਾ ਦੇ ਵਿੱਚ ਪਹਿਲਾਂ ਦਵਾਈਆਂ ਤੋਂ ਸ਼ੁਰੂ ਹੋਇਆ ਸੀ, ਉਸ ਹਿਸਾਬ ਨਾਲ ਕਰਿਆਣੇ ਦੇ ਵਿੱਚ ਵੀ ਆ ਰਿਹਾ, ਤੇ ਹੋਰ ਵੀ ਜਿਹੜੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੇ ਮੋਦੀਖਾਨੇ ਖੋਲ੍ਹਣੇ ਚਾਹੀਦੇ? ਬਿਲਕੁਲ ਬਾਈ ਜੀ, ਹਰੇਕ ਥਾਂ ਤੇ ਖੁੱਲ੍ਹਣੀ ਚਾਹੀਦੀ। ਮੈਂ ਕਹਿੰਦਾ ਸ਼ਹਿਰ ਖੁੱਲ੍ਹਣੇ ਚਾਹੀਦੇ ਆ ਜੀ, ਜਿਨ੍ਹਾਂ ਨਾਲ ਸਾਰੇ ਲੋਕਾਂ ਦਾ ਭਲਾ ਹੋਵੇ, ਗਰੀਬ ਦਾ ਵੀ, ਮੱਧ ਵਰਗ ਦਾ ਵੀ, ਸਾਰਿਆਂ ਦਾ। ਤੇ ਜਿਨ੍ਹਾਂ ਨੂੰ ਮਤਲਬ ਮੇਨ ਚੀਜ਼ ਆਪਣੀ ਰੋਟੀ ਪਾਣੀ ਹੁੰਦਾ ਜੀ, ਜਿੱਥੇ ਬੰਦੇ ਦਾ ਘਰ ਚੱਲਦਾ। ਬਿਲਕੁਲ ਠੀਕ ਹੈ ਜੀ। ਇਹੀ ਸਸਤਾ ਮਿਲੂਗਾ ਤਾਂ ਬੰਦਾ ਸੌਖਾ ਹੋ ਜੂ, ਰਿਲੈਕਸ ਹੋ ਜੂਗੀ ਜੀ। ਤੇ ਇਸ ਕਰਕੇ ਮਤਲਬ ਇਹ ਸਾਰੇ ਸ਼ਹਿਰ ਖੁੱਲ੍ਹਣੇ ਚਾਹੀਦੇ ਆ ਉਹਦੀ ਗੱਲ। ਜਿਨ੍ਹਾਂ ਨੇ ਉਪਰਾਲਾ ਕੀਤਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਾਂ ਉਹਨਾਂ ਦੀ ਸਹਾਇਤਾ ਕਿਸ ਤਰ੍ਹਾਂ ਕਰਨੀ ਚਾਹੋਗੇ? ਕਿਉਂਕਿ ਇਹਨਾਂ ਨੇ ਵੀ ਆਪਣਾ ਪਰਿਵਾਰ ਪਾਲਣਾ, ਕਿਉਂਕਿ ਜੇ ਕੁਝ ਪਰਸੈਂਟ ਰੱਖ ਕੇ ਨੈਚੁਰਲੀ ਇਹਨਾਂ ਨੂੰ ਵੇਚਣਾ ਪਊਗਾ ਜਾਂ ਵੇਚਦੇ ਆ, ਤਾਂ ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਗੱਲ? ਬਿਲਕੁਲ ਉਹ ਜਾਇਜ਼ ਹੈ। ਜਿੰਨਾ ਇਹਨਾਂ ਨੇ ਆਪਣੀ ਦੁਕਾਨ ਦਾ ਖਰਚਾ ਹੈ ਜਾਂ ਘਰ ਪਰਿਵਾਰ ਪਾਲਣਾ ਹੈ ਉਹ ਕੱਢਣਾ, ਉਹ ਬਿਲਕੁਲ ਜਾਇਜ਼ ਹੈ। ਕੋਈ ਇਹਦੇ ਵਿੱਚ ਹੈ ਨਹੀਂ ਆਪਾਂ ਨੂੰ ਵੀ ਇਹ ਲੱਗੇ ਰੇਟ ਦੇਣ, ਆਪਦਾ ਮਾਰਜਨ ਰੱਖਣ ਜ਼ਰੂਰ। ਇਹਨਾਂ ਦਾ ਬਿਜਲੀ ਦਾ ਬਿੱਲ ਵੀ ਆਉਂਦਾ, ਦੁਕਾਨ ਦਾ ਵੀ ਹੈ, ਘਰ ਦਾ ਵੀ ਹੈ, ਉਹ ਕੱਢ ਕੇ ਮਤਲਬ ਲੋਕਾਂ ਨੂੰ ਦੂਜੇ ਨੂੰ ਸਸਤਾ ਦੇਣ ਤਾਂ ਸਾਰੇ ਇੱਥੇ ਆਉਣਗੇ। ਚੱਲੂਗਾ ਜੀ, ਹਰੇਕ ਥਾਂ ਚੱਲੂਗਾ, ਪਿੰਡ ਚੱਲੂਗਾ। ਬਾਕੀ ਇਹਨਾਂ ਦਾ ਉਪਰਾਲਾ ਇਹਨਾਂ ਨੇ ਸਾਡੇ ਬਠਿੰਡੇ ਸ਼ਹਿਰ 'ਚ ਕੀਤੇ ਹੈ, ਅਸੀਂ ਇਹ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ ਇਸ ਗੱਲੋਂ ਜੀ, ਵੀ ਇਹਨਾਂ ਨੇ ਇੱਥੇ ਸਾਡੇ ਬਠਿੰਡੇ ਸ਼ਹਿਰ ਦੇ ਲੋਕਾਂ ਨਾਲ ਸਹਿਯੋਗ ਦਿੱਤਾ ਹੈ ਇਹਨਾਂ ਨੇ। ਪਲੱਸ ਮੈਂ ਇਹ ਵੀ ਕਹਿਣਾ ਚਾਹੂੰਗਾ ਵੀ ਸਾਨੂੰ ਵੀ ਇਹਨਾਂ ਦਾ ਥੋੜ੍ਹਾ ਬਹੁਤਾ ਸਹਿਯੋਗ ਦੇਣਾ ਚਾਹੀਦਾ। ਬੰਦਾ ਜਿੰਨੀ ਸ਼ਰਧਾ ਹੁੰਦੀ ਹੈ ਆਪਦਾ, ਜਿੰਨੀ ਤੁਹਾਡੀ ਲਿਮਿਟ ਹੈਗੀ ਹੈ, ਉਸ ਹਿਸਾਬ ਨਾਲ ਜ਼ਰੂਰ ਦਾਨ ਦਿਓ ਜੀ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਇੱਕ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਜੀ। ਦੇਖੋ, ਅਗਰ ਇੱਥੇ ਕੋਈ ਗਰੀਬ ਆ ਜਾਂਦਾ ਜਿਹਦੇ ਕੋਲ ਪੈਸੇ ਵੀ ਹੈ ਨਹੀਂ, ਜਾਂ ਜਿਹੜਾ ਬੰਦਾ ਮਜਬੂਰ ਹੈ, ਘਰੇ ਰਾਸ਼ਨ ਹੈ ਨਹੀਂ, ਕਾਰੋਬਾਰ ਕੋਈ ਹੈ ਨਹੀਂ, ਕੰਮ ਹੈ ਨਹੀਂ, ਲਾਕਡਾਊਨ ਕਰਕੇ ਬਹੁਤੇ ਪਰਿਵਾਰ ਐਸੇ ਆ ਜਿਨ੍ਹਾਂ ਦੇ ਕੰਮ ਛੁੱਟ ਗਏ ਆ, ਜੇ ਕੋਈ ਇੱਦਾਂ ਦਾ ਪਰਿਵਾਰ ਤੁਹਾਨੂੰ ਕੰਟੈਕਟ ਕਰਦਾ ਹੈ, ਇੱਦਾਂ ਦਾ ਪਰਿਵਾਰ ਤੁਹਾਡੇ ਕੋਲ ਆਉਂਦਾ, ਤੇ ਤੁਹਾਡਾ ਜਿਹੜਾ ਜਵਾਬ ਆ ਉਹਨਾਂ ਨੂੰ ਕੀ ਹੋਊ? ਦੇਖੋ ਜੀ, ਅੱਜ ਸਵੇਰ ਹੀ ਮੇਰੇ ਕੋਲੇ ਇੱਕ ਆਇਆ ਸੀ ਜਿਹੜੇ ਕਿ ਰਿਕਸ਼ਾ ਚਾਲਕ ਸੀਗਾ ਜੀ। ਉਹਨੇ ਇੱਥੋਂ ਸਮਾਨ ਲਿੱਤਾ ਜੀ। ਉਹਨੇ 250-300 ਦਾ ਸਮਾਨ ਲਿੱਤਾ ਤੇ ਉਹਦੀ ਜੇਬ ਦੇ ਵਿੱਚੋਂ 110 ਰੁਪਏ ਨਿਕਲੇ ਜੀ। ਉਹਨਾਂ ਨੇ ਕਿਹਾ ਬਾਈ ਜੀ ਮੇਰੇ ਕੋਲ 110 ਹੈ ਤੇ ਤੁਸੀਂ ਬਾਕੀ ਸਮਾਨ ਰੱਖ ਲਓ, ਮੈਂ ਸ਼ਾਮ ਨੂੰ ਲੈ ਜਾਊਂਗਾ। ਮੈਂ ਉਹਨੂੰ ਕਿਹਾ ਜੀ ਇਹ ਬਾਬੇ ਦਾ ਦਰ ਹੈ ਤੇ ਸਮਾਨ ਜਿਹੜਾ ਤੂੰ ਪਾ ਲਿਆ ਲਿਫਾਫੇ ਦੇ ਵਿੱਚ ਅਸੀਂ ਕੱਢਣਾ ਨਹੀਂ, ਠੀਕ ਹੈ, ਕੋਈ ਗੱਲ ਨਹੀਂ ਤੇਰੇ ਕੋਲ। ਉਹਨੂੰ ਮੈਂ ਫਰੂਟੀ ਪਿਆ ਕੇ ਬਿਠਾ ਕੇ ਹਵਾ ਦੇ ਵਿੱਚ, ਉਦੋਂ ਬਾਅਦ ਉਹ ਸਮਾਨ ਪੈਕ ਕਰਕੇ ਤੇ ਉਹਨੂੰ ਦਿੱਤਾ। ਉਹ ਜੋ ਸੀ ਉਹ ਤੋਂ ਲੈ ਲੇ, ਬਾਕੀ ਉਹਨੂੰ ਕਹਤਾ ਕੋਈ ਗੱਲ ਨਹੀਂ, ਠੀਕ ਹੈ ਜੀ। ਜੋ ਐਸੇ ਪਰਿਵਾਰ ਜਾਂ ਕੋਈ ਗਰੀਬ ਵਿਧਵਾ ਹੈ ਜਾਂ ਕੋਈ ਬਜ਼ੁਰਗ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈਗਾ, ਠੀਕ ਹੈ ਜੀ, ਜੇ ਕੋਈ ਐਸਾ ਪਰਿਵਾਰ ਆਉਂਦਾ ਜੀ, ਕੋਈ ਗੱਲ ਨਹੀਂ, ਬਾਬੇ ਦਾ ਦਰ ਹੈ, ਵਾਹਿਗੁਰੂ ਲੋਕ ਕਿਰਪਾ ਹੈ ਜੀ, ਕੋਈ ਗੱਲ ਨਹੀਂ, ਜ਼ਰੂਰ ਦੇਵਾਂਗੇ ਜੀ। ਅੱਜ ਦੇ ਸਮੇਂ ਦੇ ਵਿੱਚ ਸਮਾਜ ਸੇਵੀਆਂ ਤੇ ਬਹੁਤ ਵੱਡੇ ਵੱਡੇ ਸਵਾਲ ਚੁੱਕੇ ਜਾ ਰਹੇ ਆ
ਕੁਝ ਜਿਹੜੇ ਲੋਕ ਇਹ ਵੀ ਕਹਿ ਰਹੇ ਆ ਕਿ ਸਮਾਜ ਸੇਵਾ ਦੇ ਨਾਂ ਦੇ ਉੱਤੇ ਆਪਦੀ ਜੇਬ ਦੇ ਵਿੱਚ ਜਿਹੜਾ ਪੈਸਾ ਪਾਇਆ ਜਾ ਰਿਹਾ, ਜਿਹਦੇ ਸੰਬੰਧੀ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡੀ ਇੱਕ ਮੁਹਿੰਮ ਵੀ ਚਲਾਈ ਗਈ ਤੇ ਕੁਝ ਜਿਹੜੇ ਸੋਸ਼ਲ ਐਕਟਿਵਿਸਟ ਹੈ ਜਾਂ ਸੋਸ਼ਲ ਵਰਕਰ ਹੈ ਉਹਨਾਂ ਨੂੰ ਟਾਰਗੇਟ ਵੀ ਕੀਤਾ ਗਿਆ। ਇਹਦੇ ਬਾਰੇ ਕੀ ਕਹਿਣਾ? ਦੇਖੋ ਜੀ, ਅਲੱਗ-ਅਲੱਗ ਸੋਚ ਹੈ ਜੀ। ਹੁਣ ਅਸੀਂ ਸਮਾਜ ਦੀ ਸੇਵਾ ਵਾਸਤੇ ਸੋਚ ਲੈ ਕੇ ਚੱਲੇ ਆ ਵੀ ਲੋਕਾਂ ਦਾ ਭਲਾ ਕਰਨਾ ਹੈ। ਜਦੋਂ ਅਸੀਂ ਕਿਸੇ ਤੋਂ ਡੋਨੇਸ਼ਨ ਲਵਾਂਗੇ, ਕਿਸੇ ਤੋਂ ਫੰਡ ਪਵਾਵਾਂਗੇ, ਲਵਾਂਗੇ, ਠੀਕ ਹੈ ਜੀ, ਫਿਰ ਉਹ ਹੁੰਦਾ ਵੀ ਇਹਨਾਂ ਨੇ ਜੀ ਸਾਡੇ ਤੋਂ ਫੰਡ ਲੈ ਲਿਆ ਜੀ, ਇਹਦਾ ਰਾਸ਼ਨ ਦੇ ਪੈਸੇ ਤਾਂ ਇਹ ਜਿੰਨਾ ਲਾਉਂਦੇ ਉਹਨੇ ਉਹਨਾਂ ਤੋਂ ਲਈ ਜਾਂਦੇ ਆ ਜੀ। ਅਸੀਂ ਇਸੇ ਕਰਕੇ ਨਾ ਜੀ, ਅਸੀਂ ਕਿਸੇ ਤੋਂ ਵੀ ਡੋਨੇਸ਼ਨ ਨਹੀਂ ਲੈ ਰਹੇ, ਕਿਸੇ ਤੋਂ ਕੋਈ ਫੰਡ ਨਹੀਂ ਲੈ ਰਹੇ। ਜੋ ਅਸੀਂ ਕਰ ਰਹੇ ਹਾਂ ਆਪਦੇ ਕੋਲੋਂ ਕਰ ਰਹੇ ਹਾਂ, ਇਸੇ ਕਰਕੇ ਵੀ ਕੋਈ ਵੀ ਉਂਗਲ ਨਾ ਚੱਕ ਸਕੇ ਵੀ ਯਾਰ ਇਹਨਾਂ ਨੇ ਡੋਨੇਸ਼ਨ ਬਹੁਤ ਸਾਰੀ ਇਕੱਠੀ ਕਰ ਲਈ, ਠੀਕ ਹੈ, ਉਹਨਾਂ ਅੱਗੇ ਕਿਸੇ ਨੂੰ ਦੇ ਨਹੀਂ ਰਹੇ। ਅਸੀਂ 3 ਜਣਿਆਂ ਨੇ ਰਲ ਕੇ ਜੋ ਪੈਸੇ ਪਾਏ ਹੈ, ਜੋ ਪੈਸੇ ਪੈ ਰਹੇ ਅਸੀਂ ਆਪਦੀ ਜੇਬ ਚੋਂ ਪਾ ਕੇ ਕਰ ਰਹੇ ਹਾਂ, ਜੋ ਵੀ ਕਰ ਰਹੇ ਹਾਂ। ਅਸੀਂ ਡੋਨੇਸ਼ਨ ਜਾਂ ਕਿਸੇ ਤੋਂ ਫੰਡ ਜਾਂ ਦੁਕਾਨ ਦੇ ਨਾਂ ਤੇ ਜਾਂ ਕਿਸੇ ਗਰੀਬ ਦੇ ਨਾਂ ਤੇ ਕਿਸੇ ਤੋਂ ਕੁਝ ਨਹੀਂ ਲੈ ਰਹੇ। ਇੱਕ ਹੋਰ ਸਵਾਲ ਲਾਸਟ ਦੇ ਵਿੱਚ ਤੁਹਾਨੂੰ ਮੈਂ ਪੁੱਛਣਾ ਚਾਹੂੰਗਾ ਕਿ ਤੁਹਾਡਾ ਵੀ ਪਰਿਵਾਰ ਆ, ਤੁਹਾਡੀਆਂ ਵੀ ਜ਼ਿੰਮੇਵਾਰੀਆਂ, ਤੁਹਾਡੇ ਬੱਚੇ ਆ, ਦੁਕਾਨ ਦੇ ਖਰਚੇ ਆ, ਬਿਜਲੀ ਦੇ ਖਰਚੇ ਆ, ਤੇ ਇਹ ਸਾਰੇ ਖਰਚੇ ਕੱਢਣ ਵਾਸਤੇ ਵੀ ਜਿਹੜਾ ਕੁਛ ਨਾ ਕੁਛ ਮਾਰਜਨ ਤਾਂ ਜ਼ਰੂਰ ਰੱਖਣਾ ਪੈਣਾ, ਕਮਾਈ ਕੁਛ ਨਾ ਕੁਛ ਕਰਨੀ ਪੈਣੀ, ਕਿਉਂਕਿ ਇਹ ਸਾਰੇ ਖਰਚੇ ਜੇਬ 'ਚੋਂ ਭਰੇ ਨਹੀਂ ਜਾ ਸਕਦੇ। ਮਹੀਨਾ ਭਰੋਗੇ, 2 ਮਹੀਨੇ ਭਰੋਗੇ, ਆਫਟਰ ਆਲ ਤੁਹਾਨੂੰ ਇਹ ਖਰਚੇ ਕੱਢਣੇ ਪੈਣੇ। ਉਹਦੇ ਵਾਸਤੇ ਫਿਰ ਤੁਸੀਂ ਕੀ ਅਲਟਰਨੇਟ ਸੋਚਿਆ ਕਿ ਕਿੱਦਾਂ ਇਹਦੇ ਵਿੱਚ ਕਿੰਨਾ ਮਾਰਜਨ ਰੱਖੋਗੇ, ਕਿੰਨੀ ਕਮਾਈ ਹੈ ਜਿਹੜੀ ਇਹਦੇ ਵਿੱਚ ਜੋੜੋਗੇ? ਦੇਖੋ ਜੀ, ਘਰ ਦਾ ਜਿਹੜਾ ਸਿਸਟਮ ਹੈ ਉਹ ਮੇਰਾ ਸੈੱਟ ਹੈ ਜੀ, ਚੱਲ ਰਿਹਾ ਹੈ। ਜਿਹੜੇ ਮੰਨ ਲਓ ਇਹਦਾ ਜੇ ਕੰਮ ਵੱਧ ਹੈ, ਠੀਕ ਹੈ, ਇਹਦੇ ਖਰਚੇ ਵੱਧਦੇ ਹੈ ਤਾਂ ਉਸ ਹਿਸਾਬ ਨਾਲ ਮੌਕੇ ਤੇ ਦੇਖਿਆ ਜਾਊਗਾ ਜੀ। ਅਗਰ ਖਰਚੇ ਜ਼ਿਆਦਾ ਹੁੰਦੇ ਹੈ, ਨਹੀਂ ਕੰਟਰੋਲ 'ਚ ਹੁੰਦੇ, ਤਾਂ ਉਹਦੇ ਹਿਸਾਬ ਨਾਲ ਕੋਈ 1 ਜਾਂ 2% ਜੇ ਮਾਰਜਨ ਰੱਖ ਕੇ ਸਾਡੇ ਖਰਚੇ ਨਿਕਲਦੇ ਤਾਂ 1-2% ਅਸੀਂ ਮਾਰਜਨ ਰੱਖ ਲਾਂਗੇ ਜੀ। ਫਿਲਹਾਲ ਅਸੀਂ ਇਹ ਸੋਚਿਆ ਨਹੀਂ ਗਾ ਵੀ ਮਾਰਜਨ ਪਹਿਲਾਂ ਹੀ ਰੱਖ ਕੇ ਚੱਲੀਏ। ਨਹੀਂ, ਜੇ ਖਰਚੇ ਵੱਧਦੇ ਆ, ਕੰਮ ਵੱਧਦਾ, ਜਿਵੇਂ 3 ਦਿਨ ਹੋ ਗਏ ਜੀ, ਠੀਕ ਹੈ, ਰੋਜ਼ ਇੱਕ ਗੱਡੀ ਦੇ 4-4 ਗੇੜੇ ਲੱਗਦੇ ਆ, ਸਮਾਨ ਆ ਰਿਹਾ ਜਾ ਰਿਹਾ, ਠੀਕ ਹੈ, ਤੇ ਬਿਜਲੀ ਦਾ ਬਿੱਲ ਹੈ ਜਾਂ ਹੋਰ ਹੈ। ਫਿਲਹਾਲ ਅਸੀਂ ਇਹ ਸੋਚ ਕੇ ਚੱਲਿਆ ਵੀ ਚਲੋ 2 ਮਹੀਨੇ ਚਲਾ ਰਹੇ ਹਾਂ, ਜੇ ਇਦੋਂ ਅੱਗੇ ਖਰਚੇ ਵੱਧਦੇ ਆ ਤਾਂ 1-2% ਰੱਖ ਕੇ ਫਿਰ ਖਰਚੇ ਕੱਢੇ ਜਾਣਗੇ ਜੀ। ਬਿਲਕੁਲ। ਤੇ ਸ਼ਹਿਰ ਦਾ ਸਹਿਯੋਗ ਕਿੰਨਾ ਕੁ, ਸ਼ਹਿਰ ਵਾਸੀਆਂ ਦਾ ਸਹਿਯੋਗ ਕਿੰਨਾ ਕੁ? ਆਸੇ ਪਾਸੋਂ ਤੁਹਾਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਜਾਂ ਕਿਸੇ ਕਿਸਮ ਦਾ ਕੋਈ ਦਿੱਕਤ ਤਾਂ ਨਹੀਂ ਆ ਰਹੀ? ਨਹੀਂ ਜੀ, ਨਹੀਂ, ਦਿੱਕਤ ਕਿਸੇ ਪਾਸੋਂ ਨਹੀਂ ਆ ਰਹੀ ਜੀ। ਸਹਿਯੋਗ ਤਾਂ ਇਹ ਦੇਖ ਲਓ ਜੀ, 100 ਚੋਂ 110% ਸ਼ਹਿਰ ਵਾਸੀਆਂ ਦਾ, ਲੋਕਾਂ ਦਾ ਬਹੁਤ ਸਹਿਯੋਗ ਹੈ ਜੀ। ਫੋਨ ਬਹੁਤ ਆਉਂਦੇ ਆ ਜੀ, 500-600 ਤਾਂ ਰੋਜ਼ ਮੇਰੇ ਕੋਲ ਫੋਨ ਆ ਜਾਂਦਾ ਇਸ ਸਹਿਯੋਗ ਵਾਸਤੇ। ਬਹੁਤ ਲੋਕ ਉਤਸ਼ਾਹਿਤ ਹੈ ਜੀ, ਬਹੁਤ ਸਾਡੇ ਹੌਸਲਾ ਅਫਜ਼ਾਈ ਕਰਨ ਵਾਸਤੇ ਵੀ ਆਉਂਦੇ ਆ ਜੀ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਇੰਨਾ ਹੌਸਲਾ ਵਧਾਇਆ, ਜਿਹਦੇ ਕਰਕੇ ਅਸੀਂ ਇਹ ਕਰ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਜਗਤਾਰ ਸਿੱਧੂ, ਜੋ ਕਿ ਇਸ ਮੋਦੀਖਾਨੇ ਨੂੰ ਚਲਾ ਰਹੇ ਆ। 3 ਪਾਰਟਨਰ ਆ, ਇਹਨਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਇਸ ਮੋਦੀਖਾਨੇ ਨੂੰ ਚਲਾਇਆ ਜਾ ਰਿਹਾ। ਹਾਲੇ ਤੱਕ ਜਿਹੜੀ ਕੋਈ ਇਹਨਾਂ ਵੱਲੋਂ ਪ੍ਰੋਫਿਟ ਦੀ ਗੱਲ ਹੈ ਜਿਹੜੀ ਉਹ ਨਹੀਂ ਕੀਤੀ ਗਈ ਹੈ। ਇਹਨਾਂ ਵੱਲੋਂ ਸਾਫ਼ ਸਪਸ਼ਟ ਕਰ ਦਿੱਤਾ ਗਿਆ ਕਿ ਅਗਰ ਖਰਚੇ ਵੱਧਦੇ ਆ, ਅਗਰ ਇਹਨਾਂ ਦਾ ਜਿਹੜਾ ਖਰਚਾ ਇਸ ਪੂਰੇ ਸਿਸਟਮ ਨੂੰ ਚਲਾਉਣ ਵਾਸਤੇ ਕੋਈ ਵੱਧ ਜਾਂਦਾ ਤਾਂ ਉਸ ਤੋਂ ਬਾਅਦ ਇਹ ਸੋਚ ਸਕਦੇ ਆ ਕਿ ਕੁਛ ਮਾਰਜਨ ਹੈ ਜਿਹੜਾ ਇਹਨਾਂ ਵੱਲੋਂ ਰੱਖ ਲਿਆ ਜਾਵੇ। ਪਰ ਫਿਲਹਾਲ ਜਿਹੜਾ ਇਹਨਾਂ ਵੱਲੋਂ ਜਿਹੜਾ ਪੂਰਾ ਸਮਾਨ ਹੈ ਉਹ ਬਾਬੇ ਨਾਨਕ ਦੀ ਸੋਚ ਦੇ ਆਧਾਰ ਤੇ 13-13 ਕਰਕੇ ਤੋਲਿਆ ਜਾ ਰਿਹਾ। ਜਿਸ ਭਾਅ ਆ ਉਸੇ ਭਾਅ ਹੀ ਦਿੱਤਾ ਜਾ ਰਿਹਾ। ਤੁਸੀਂ ਦੇਖ ਰਹੇ ਹੋ ਇੰਡੋਜ਼ TV ਆਸਟ੍ਰੇਲੀਆ। ਧੰਨਵਾਦ।